Okay, today we're gonna start with the phylum Mollusca of invertebrates. Uh, First of all, the main feature of this phylum is they are soft-bodied organisms. ठीक है? They are soft-bodied organism. ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀਆਂ ਐਗਜ਼ਾਮਪਲਸ ਦੱਸੂਗੀ ਕਿ ਕਿਹੜੀਆਂ ਕਿਹੜੀਆਂ ਐਗਜ਼ਾਮਪਲਸ ਇਹਨਾਂ ਦੀਆਂ ਹੈ ਜਿੱਦਾਂ ਤੁਸੀਂ ਯੂਨੀਓਸ ਦੇਖੀਆਂ ਯੂਨੀਓਸਿਪੀਆਂ ਜਿਹਨੂੰ ਕਹਿੰਦੇ ਹੋ ਹੈ ਨਾ ਦੈਨ ਪਾਈਲਾ ਕਾਈਂਡ ਆਫ ਸ਼ੰਖ ਹੈ ਨਾ ਜਿਹੜੇ ਉਹ ਸ਼ੰਖ ਹੈਗਾ ਨਾ ਉਹਦਾ ਐਕਸਟਰਨਲ ਸ਼ੈਲ ਹੁੰਦਾ ਆ ਠੀਕ ਆ ਯੂਨੀਓ ਚ ਵੀ ਸੇਮ ਵੇ इस तरह की होंगी है ना यूनियो है ना इत्थे दे पिछे जॉइंट हुंदा आ ठीक आ एंड जिहड़ियां यूनियोस हैगियां ने नैचुरली जिहड़े पर्ल बनते हैगे इन्हां यूनियोस दे विच बनते आ इन्हां दी अंदर वाली साइड ते शैल दे अंदर वाली साइड ते जिहड़ी इहदी ऑर्गेनिज्म दी फोल्डिंग होंदी आ स्किन फोल्डिंग होंदी मैंटल असीं उहनूं कहने आ ਉਹਦੇ ਵਿੱਚ पर्ल्स फॉर्म ਹੁੰਦੇ ਹੈਗੇ ਆ बेसिकली ठीक आ ਪਾਈਲਾ ਵੀ ਤੁਹਾਨੂੰ ਪਤਾ ਹੈਗਾ ਆ ਸਨੇਲ ਸ਼ੰਖ ਦੀ ਤਰ੍ਹਾਂ ਦੈਨ ਉਸ ਤੋਂ ਬਾਅਦ ਆਕਟੋਪਸ ਸੁਣਿਆ ਕਦੇ ਦੈਨ ਸੀਪੀਆ ਹੁੰਦਾ ਆ ਇੱਕ ਤੁਹਾਡੀ ਬੁੱਕ 'ਚ ਇਹਦੇ ਡਾਇਗਰਾਮਸ ਹੈਗੇ ਆ ਸੀਪੀਆ ਹੋ ਗਿਆ ਦੈਨ ਕਾਈਟਨ ਹੋ ਗਿਆ न्यूप्लाइना देन डेंटेलियम ये सारे कुछ कॉमन है नहीं गे तुसी नहीं मे बी देखे होंगे या सुने होंगे बट आ तो नॉर्मली तुसी सुने हुए ने दीज थ्री है ना उस तो बाद काइटन दीज आर वेरी ब्यूटीफुल ऑर्गेनिजम्स ठीक है ये सारे मरीन एनिमल्स ने समंदर च मिलते हैं सानू एंड दीज आर वेरी ब्यूटीफुल सीपीआ तुहाडे ड्रॉ किया होया है काइंड ऑफ इस तरह का ऑर्गेनिज्म आ शायद जो तुसी मे बी जो कोई डिस्कवरी चैनल देखता हैगा आ तां वो मे बी दे माइट नो दिस ऑर्गेनिज्म ठीक है जिहड़े लोग सी फूड खांदे हैगे आ वो इन्हां ऑर्गेनिजम्स नूं खांदे भी आ ठीक है ਇਹਦੀਆਂ ਟੈਂਟੀਕਲਸ ਹੁੰਦੀਆਂ ਹੈਗੀਆਂ ਨੇ ਜਿੱਦਾਂ ਇੱਥੇ ਕੁਝ ਇਸ ਤਰ੍ਹਾਂ ਦੀਆਂ ਐਂਡ ਥੀਸ ਟੂ ਆਰ ਦਾ ਸਕਰਸ ਆਫ ਦਿਸ ਸੀਪੀਆ ਠੀਕ ਆ ਹੁਣ ਇਹਨਾਂ ਦੇ ਫੀਚਰਸ ਅਸੀਂ ਪੜ੍ਹੀਏ ਤੇ ਜਿਹੜੀ ਇਹਦੀ ਬਾਡੀ ਹੈਗੀ ਆ ਦੈਟ ਇਜ਼ ਅਨਸੈਗਮੈਂਟਡ ਕੋਈ ਸੈਗਮੈਂਟਸ ਨਹੀਂ ਹੈ ਇਹਦੀ ਬਾਡੀ 'ਚ ਹੈ ਨਾ ਪਰ ਇਹਦੀ ਜਿਹੜੀ ਬਾਡੀ ਹੈਗੀ ਆ ਉਹਦੇ 3 ਪਾਰਟਸ ਅਗੇਨ ਹੈਗੇ ਨੇ ਹੈਡ ਵਿਸਰਲ ਮਾਸ ਐਂਡ ਫੁੱਟ ਓਕੇ इनू मैं इरेज कर रही हूँ एग्जाम्पल्स नू जिहड़ी बॉडी हैगी आ डिवाइडेड इनटू 3 पार्ट्स किहड़े हैगे आ हेड विसरल मास एंड फुट ठीक है ओके शायद हायर क्लासेस ਦੇ ਵਿੱਚ ਤੁਸੀਂ ਲੈਬਸ ਦੇ ਵਿੱਚ ਪਾਈਲਾਸ ਦੇਖੋ ਤੇ ਉਹ ਪਾਈਲਾ ਦਾ ਜਿਹੜਾ ਸ਼ੰਖ ਜਿਹੜਾ ਹੁੰਦਾ ਹੈਗਾ ਨੇ ਨਾ ਉਹ ਇਸ ਤਰ੍ਹਾਂ ਇੱਕ ਸਾਈਡ ਤੇ ਉਹਦੇ ਇੱਕ ਓਪਰਕਿਲਮ ਕਾਈਂਡ ਆਫ ਹੈਨਾ ਜਿਹਦਾ ਲਿਡ ਲਾਈਕ ਸਟਰਕਚਰ ਹੁੰਦਾ ਆ ਉਹਨੂੰ ਕੱਢਦੇ ਆ ਅਸੀਂ ਖਿੱਚ ਕੇ ਤੇ ਪੂਰਾ ਦਾ ਪੂਰਾ ਸਨੇਲ ਵਿੱਚੋਂ ਨਿਕਲ ਕੇ ਆਉਂਦਾ ਆ ਠੀਕ ਆ ਜਿੱਦਾਂ ਹੁਣ ਆ ਹੈਗਾ ਇਹਦਾ ਐਂਡ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਨਾ ਇੱਕ ਸਾਈਡ ਤੋਂ ਉਹਦੀ ਨੈਰੋ ਐਂਡ ਬ੍ਰੌਡਰ ਵਨ ਹੈ ਨਾ I think we have paila over here. I'll show you later on. So ये जिहड़ा इहदा स्ट्रक्चर आ हेड विसरल मास हुंदा इहदा जो भी विच वाला डाइजेस्टिव सिस्टम कंप्राइज कर रहा हैगा ठीक है बेसिकली जिहड़ा डाइजेशन च हेल्प करता हैगा हेल्प इन डाइजेशन ठीक है एंड दिस फुट ये उहनूं सपोर्ट करता हैगा ठीक है सपोर्ट करता एडहेशन दे विच भी एंड जदों हुण पाइला वगैरह जिहड़े हुंदे आ ना ये स्नेल्स शैल्स जदों ये नॉर्मली
ਰਹਿ ਰਹੇ ਆ ਆਪਣੇ ਹੈਬਿਟੈਟ ਦੇ ਵਿੱਚ ਐਂਡ ਉੱਥੇ ਕੋਈ ਵੀ ਇਹਨਾਂ ਨੂੰ ਐਨੀਮੀ ਆਪਣੇ ਅਰਾਊਂਡ ਫੀਲ ਹੁੰਦਾ ਹੈਗਾ ਆ ਕਿਸੇ ਤਰ੍ਹਾਂ ਦਾ ਵੀ ਤੇ ক্লোਜ਼ ਹੋ ਜਾਂਦੇ ਆ ਆਪਣੇ ਸ਼ੈਲ ਦੇ ਅੰਦਰ, ਆਪਣੇ ਆਪ ਨੂੰ ਐਨਕੋਇਲ ਕਰ ਲੈਂਦੇ ਹੈਗੇ ਆ। ਠੀਕ ਆ। ਦੈਨ ਉਸ ਤੋਂ ਬਾਅਦ ਨੈਕਸਟ ਫੀਚਰ, ਇਹ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਇਹਦੇ ਵਿੱਚ ਮੈਂਟਲ ਹੈਗਾ ਨਾ, ਡਿਸਕ੍ਰਾਈਬ ਕੀਤਾ ਹੋਇਆ ਨੇ। ਮੈਂਟਲ ਹੁੰਦੀ ਹੈਗੀ ਆ ਐਂਡ ਜਿਹੜੀ ਮੈਂਟਲ ਹੈਗੀ ਆ ਇਹਨੂੰ ਅਸੀਂ ਜਿਹੜੀ ਇਹਦੇ ਵਿੱਚ ਕੀ ਵਟ ਵੀ ਕਾਲ ਇਟ ਐਜ਼ ਪੇਲੀਅਮ। ਠੀਕ ਆ। ਮੈਂਟਲ ਨੂੰ ਅਸੀਂ ਹੋਰ ਕੀ ਕਹਿੰਦੇ ਹੈਗੇ ਆ, ਪੇਲੀਅਮ। ਔਰ ਇਹ ਜਿਹੜੀ ਮੈਂਟਲ ਹੁੰਦੀ ਆ ਨਾ, ਇਹ ਇੱਕ ਸਿਕ੍ਰੀਸ਼ਨ ਦਿੰਦੀ ਹੈਗੀ ਆ, ਕੈਲਕੇਰੀਅਸ ਸਿਕ੍ਰੀਸ਼ਨ ਦਿੰਦੀ ਆ। ਉਹ ਸਿਕ੍ਰੀਸ਼ਨ ਹੀ ਫਿਰ ਪਰਲ ਫਾਰਮੇਸ਼ਨ 'ਚ ਹੈਲਪ ਕਰਦੀ ਆ। ਠੀਕ ਆ। ਦਿਸ ਇਜ਼ ਬੇਸਿਕਲੀ ਦ ਲੇਅਰ, ਜਾਂ ਇਹਦਾ ਨਾਮ ਦੂਸਰਾ ਹੈਗਾ ਆ ਪੇਲੀਅਮ। ਠੀਕ ਆ। ਪਾਈਲਾ ਐਂਡ ਪੇਲੀਅਮ। ਓਕੇ। ਤੇ ਇਹ ਕੀ ਕਰਦੀ ਹੈਗੀ ਆ, ਮੈਂਟਲ ਕੈਲਕੇਰੀਅਸ ਸਿਕ੍ਰੀਸ਼ਨਸ ਪ੍ਰੋਵਾਈਡ ਕਰਦੀ ਆ which help in pearl formation। ਵੈਸੇ ਪਰਲਸ ਬਣਦੇ ਯੂਨੀਓਸ ਦੇ ਵਿੱਚ ਆ ਬੇਸਿਕਲੀ, ਬਟ ਮੈਂ ਤੁਹਾਨੂੰ ਪੇਲੀਅਮ ਐਂਡ ਪਾਈਲਾ ਕੋਰਿਲੇਟ ਕਰਕੇ ਦੱਸਿਆ ਕਿ ਯੂ ਸ਼ੁਡ ਨੋ ਦਾ ਟਿਕਸ ਅਬਾਊਟ ਕਿ ਵੀ ਆਪਾਂ ਕਿੱਦਾਂ ਇਹਨਾਂ ਨੂੰ ਯਾਦ ਕਰਨਾ ਹੈਗਾ ਆ। ਠੀਕ ਆ। ਦੈਨ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਬਕਲ ਕੈਵਿਟੀ ਆ, ਹੁਣ ਮੂੰਹ ਜਿਹੜਾ ਹੈਗਾ ਇਹਨਾਂ ਦਾ, ਮਾਊਥ ਜਿਹਨੂੰ ਅਸੀਂ ਨਾਰਮਲ ਲੈਂਗੁਏਜ 'ਚ ਕਹਿ ਦਿੰਦੇ ਹੈਗੇ ਆ, ਬਕਲ ਕੈਵਿਟੀ ਹੁੰਦੀ ਆ ਜਿੱਥੇ ਕਿ ਆਰਗੇਨਿਜ਼ਮ ਜਿਹੜਾ ਹੈਗਾ ਆਪਣਾ ਫੂਡ ਲੈ ਕੇ ਜਾਂਦਾ ਆ। ਠੀਕ ਆ। ਗ੍ਰੈਸਪ ਕਰਕੇ। ਤੇ ਉਹ ਬਕਲ ਕੈਵਿਟੀ ਦੇ ਅੰਦਰ ਇਹਦੇ ਆਰਗਨਸ ਹੁੰਦੇ ਰੈਡੂਲਾ ਜਿੱਦਾਂ ਸਾਡੇ ਟੀਥ ਆ, ਇਹਨਾਂ ਦੇ ਵਿੱਚ ਕੀ ਹੁੰਦੇ ਆ, ਰੈਡੂਲਾ। ਇਹ ਮੇਨ ਫੀਚਰਸ ਆ ਇਸੇ ਫਾਈਲਮ ਦੇ। ਠੀਕ ਆ। Radula are present in the buccal cavity which help in grinding of food। ठीक है। Got it? Sorry। ਦੈਨ ਉਸ ਤੋਂ ਬਾਅਦ ਇਹਨਾਂ ਦਾ ਸਰਕੂਲੇਟਰੀ ਸਿਸਟਮ ਜਿਹੜਾ ਹੈਗਾ, ਦੈਟ ਇਜ਼ ਓਪਨ ਟਾਈਪ ਐਂਡ ਕਲਰ ਆਫ ਦਾ ਬਲੱਡ ਇਜ਼ ਬਲੂ। ਠੀਕ ਆ। ਇਹਨਾਂ ਦੇ ਵਿੱਚ ਕਲਰ ਆਫ ਬਲੱਡ ਕੀ ਹੈਗਾ ਆ, ਬਲੂ। ਔਰ ਉਹ ਬਲੂ ਕਲਰ ਕਿਉਂ ਹੈਗਾ ਆ, ਬਿਕਾਜ਼ ਆਫ ਦਾ ਕਾਪਰ ਕੰਟੇਨਿੰਗ ਹੀਮੋਸਿਆਨਿਨ ਪਿਗਮੈਂਟ। ਠੀਕ ਆ। ਸਾਡੇ ਵਿੱਚ ਹੀਮੋਗਲੋਬਿਨ ਹੁੰਦਾ ਹੈ ਨਾ, ਇਹਨਾਂ ਦੇ ਵਿੱਚ ਹੀਮੋਸਿਆਨਿਨ। ਠੀਕ ਆ। copper containing pigment which makes their blood blue color। got it? ਇਹ ਬੜਾ ਇੰਪੋਰਟੈਂਟ ਕੁਐਸਚਨ ਆ ਜਾਂਦਾ ਸਮ ਟਾਈਮ ਕਿ ਮੋਲਸਕਨਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਬਲੱਡ ਦਾ ਕਲਰ ਕੀ ਆ ਐਂਡ ਵਾਈ। ਠੀਕ ਆ। The next thing is what? Excretion। ਹੁਣ ਜਿੱਦਾਂ ਸਾਡੇ ਚ ਕਿਡਨੀਜ਼ ਹੈਗੀਆਂ ਨੇ, ਇਹਨਾਂ ਦੇ ਵਿੱਚ ਐਕਸਕ੍ਰੀਸ਼ਨ ਦੇ ਲਈ ਇੱਕ ਜਾਂ ਦੋ ਪੇਅਰ ਕਿਡਨੀਜ਼ ਦੇ ਅਵੇਲੇਬਲ ਹੁੰਦੇ ਆ। ਬਟ ਉਹ ਜਿਹੜੀਆਂ ਕਿਡਨੀਜ਼ ਹੁੰਦੀਆਂ ਨੇ ਉਹ ਹੁੰਦੀਆਂ ਨੇ ਮੈਟਾਨੈਫਰਿਕ ਕਿਡਨੀਜ਼। ਠੀਕ ਆ। ਮੈਟਾਨੈਫਰੀਡੀਆ ਅਸੀਂ ਉਹਨਾਂ ਨੂੰ ਬੇਸਿਕਲੀ ਕਹਿੰਦੇ ਆ। ਸਮ ਹੈਵ ਆਰਗਨਸ ਆਫ ਬੋਜੈਨਸ। ਠੀਕ ਆ। that is also a organ for excretion। then after that ਇੱਕ ਇਹਨਾਂ ਦੇ ਵਿੱਚ ਨਾ ਸਟੈਟੋਸਿਸਟ ਨਾਮ ਦੇ ਕੁਝ ਆਰਗਨਸ ਹੁੰਦੇ ਆ, ਜਿਨ੍ਹਾਂ ਨੂੰ ਕਿ ਅਸੀਂ ਇਹਨਾਂ ਦੇ ਸੈਂਸਰੀ ਆਰਗਨਸ ਵੀ ਕਹਿ ਦਿੰਦੇ ਹੈਗੇ ਆ। ਠੀਕ ਆ। these statocysts basically detect the chemical around them। ਠੀਕ ਆ। ਇਹਨਾਂ ਨੂੰ ਆਪਣਾ ਡੇਂਜਰ ਜਿਹੜਾ ਹੈਗਾ ਆ ਉਹ ਡਿਟੈਕਟ ਕਰਨ ਦੀ ਇਹਨਾਂ ਦੀ ਕੈਪੇਬਿਲਿਟੀ ਹੁੰਦੀ ਆ ਵਿਦ ਹੈਲਪ ਆਫ ਥੀਸ ਸਟੈਟੋਸਿਸਟ।
ठीक है। Stetocysts are the cells to detect chemical around them. Is it visible? ठीक है। After that what is left with respiration। ठीक है। respiration ਇਹਨਾਂ ਦੇ ਵਿੱਚ ਕਿੱਦਾਂ ਹੁੰਦੀ ਹੈਗੀ ਆ with help of gills ਜਾਂ pulmonary sacs available ਹੁੰਦੇ ਆ। fine, so this is all about the phylum Mollusca and we have very beautiful organisms in this phylum। ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਕਿ ਵੀ ਇਹਨਾਂ ਨੂੰ ਖਾਂਦੇ ਆ। ਬਹੁਤ ਸਾਰੀਆਂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਿੱਦਾਂ ਯੂਨੀਓਜ਼ ਆ, ਯੂਨੀਓਜ਼ ਜਿਹੜੀਆਂ ਸਿੱਪੀਆਂ ਜਿਹਨੂੰ ਤੁਸੀਂ ਕਹਿੰਦੇ ਹੋ ਹੈ ਨਾ, ਉਹਨਾਂ ਨੂੰ ਖਾਂਦੇ ਨੇ। ਦੈਨ ਹੋਰ ਵੀ ਆਰਗੇਨਿਜ਼ਮਸ ਹੈ ਜਿੱਦਾਂ ਆਹ ਸੀਪੀਆ ਵਗੈਰਾ ਜਾਂ ਆਕਟੋਪਸ ਨੇ, ਇਹਨਾਂ ਸਭ ਨੂੰ ਖਾਂਦੇ ਆ। ਠੀਕ ਆ। ਦੈਨ ਆਫਟਰ ਦਿਸ we are left with only one phylum of invertebrata group, that is Echinodermates। ठीक है। phylum Echinodermates। ਜਿਹੜੇ ਇਹ ਆਰਗੇਨਿਜ਼ਮਸ ਨੇ ਇਹਨਾਂ ਦਾ ਸਭ ਤੋਂ ਮੇਨ ਫੀਚਰ ਵੀ ਕੈਨ ਸੇ spiny skinned organisms or we can say hard skinned organisms। ਤੇ examples ਇਹਦੀਆਂ are you aware of this phylum or not? No? Starfish। ਇਹੀ ਤੁਹਾਡੇ ਫਿਲਹਾਲ ਤੁਸੀਂ ਇਸੇ ਦੇ ਬਾਰੇ 'ਚ ਹੀ ਜਾਣਦੇ ਹੋ, ਬਾਕੀ ਹੋਰ ਕੋਈ ਆਰਗੇਨਿਜ਼ਮਸ ਦੇ ਬਾਰੇ 'ਚ ਨਹੀਂ ਜਾਣਦੇ ਹੋਵੋਗੇ। ਸਟਾਰਫਿਸ਼ ਦੇ ਬਾਰੇ 'ਚ ਤਾਂ ਕਾਫੀ ਸੁਣਿਆ ਹੈ ਨਾ। 5 ਆਰਮਸ ਬੇਸਿਕਲੀ ਹੁੰਦੀਆਂ ਇਹਦੀਆਂ ਹੈ ਨਾ, ਕਾਈਂਡ ਆਫ ਇੱਦਾਂ ਦੀ ਹੁੰਦੀ ਹੈਗੀ ਆ। ਵੀ ਹੈਵ ਹੇਅਰ ਇਨ ਆਰ ਲੈਬ ਸਟਾਰਫਿਸ਼ ਹੈਗੀ ਆ, ਆਪਾਂ ਦੇਖ ਸਕਦੇ ਹਾਂ। ਠੀਕ ਆ। ਓਕੇ। ਹੁਣ ਇਹ ਜਿਹੜੀ ਸਟਾਰਫਿਸ਼ ਆ ਨਾ, ਇਹਦੀਆਂ ਜਿਹੜੀਆਂ 5 ਆਰਮਸ ਨੇ, ਇਹਨਾਂ 'ਚੋਂ ਜੇ ਸਪੋਜ਼ ਇੱਕ ਆਰਮ ਵੀ ਇੱਦਾਂ ਕੱਟ ਜਾਂਦੀ ਆ ਹੈ ਨਾ, ਤਾਂ ਦੁਬਾਰਾ ਰੀਗਰੋ ਹੋ ਜਾਂਦੀ ਆ। ਪਾਵਰ ਆਫ ਰੀਜਨਰੇਸ਼ਨ ਇਹਦੇ 'ਚ ਬਹੁਤ ਸਟਰੋਂਗ ਆ। ਇਹਦੇ 'ਚ ਸੈਂਟਰਲੀ ਡਿਸਕ ਅਵੇਲੇਬਲ ਹੋਣੀ ਚਾਹੀਦੀ ਹੈ ਤੇ ਚਾਰੇ ਦੀਆਂ ਪੰਜੇ ਦੀਆਂ ਪੰਜੇ ਆਰਮਸ ਚਾਹੇ ਕੱਟੀਆਂ ਜਾਣ, ਆ ਸੈਂਟਰ ਵਾਲਾ ਪੋਰਸ਼ਨ ਹੋਊਗਾ ਤੇ ਸਾਰੀਆਂ ਰੀਗਰੋ ਕਰ ਜਾਣਗੀਆਂ। ਗਾਟ ਇਟ? ਠੀਕ ਆ। ਤੇ ਜਿਹੜੀ ਸਟਾਰਫਿਸ਼ ਹੁੰਦੀ ਆ, ਇਹਦੀ ਵੈਂਟਰਲ ਸਾਈਡ ਜੇ ਅਸੀਂ ਦੇਖੀਏ ਤਾਂ ਇਹਦੀ ਵੈਂਟਰਲ ਇਹਦੀ ਉੱਪਰ ਵਾਲਾ ਸਾਈਡ ਸਪੋਜ਼ ਡੋਰਸਲ ਸਾਈਡ ਆ ਹਾਰਡ ਹੁੰਦੀ ਆ, ਥਿਕ ਹੈ ਨਾ ਹੁੰਦੀ ਆ ਕਾਫੀ। ਤੇ ਜਦੋਂ ਅਸੀਂ ਇਹਦੀ ਵੈਂਟਰਲ ਸਾਈਡ ਦੇਖਦੇ ਆ ਤਾਂ ਇਹਦੀ ਵੈਂਟਰਲ ਸਾਈਡ ਦੇ ਉੱਤੇ ਇੱਕ ਜਿਹੜਾ ਸਪੈਸ਼ਲ ਫੀਚਰ ਆਫ ਦਿਸ ਫਾਈਲਮ ਐਂਬੂਲੈਕਰਲ ਸਿਸਟਮ ਜਾਂ ਵਾਟਰ ਵੈਸਕੂਲਰ ਸਿਸਟਮ ਉਹ ਅਵੇਲੇਬਲ ਹੁੰਦਾ। ਟਿਊਬ ਫੀਟਸ ਆਰ ਪ੍ਰੈਜ਼ੈਂਟ। ਟਿਊਬ ਫੀਟ ਜਿਨ੍ਹਾਂ ਦੀ ਹੈਲਪ ਨਾਲ ਇਹ ਚੱਲਦੀ ਹੈ ਜਿਹੜੀ ਸਟਾਰਫਿਸ਼ ਆ, ਉਹ ਇਸ ਤਰ੍ਹਾਂ ਹੁੰਦਾ ਹੈ ਜਿੱਦਾਂ ਇੱਕ ਚੈਨਲ ਹੈਗਾ ਆ, ਉਹਦੀਆਂ ਇੱਧਰ ਨੂੰ ਨਿਕਲੀਆਂ ਨੇ ਇੱਦਾਂ ਟਿਊਬ ਫੀਟਸ। ਠੀਕ ਆ। ਇਸ ਤਰ੍ਹਾਂ। ਠੀਕ ਆ। ਇਹ ਟਿਊਬ ਫੀਟਸ ਹੁੰਦੀਆਂ ਆ ਜਿਨ੍ਹਾਂ ਦੀ ਹੈਲਪ ਨਾਲ ਇਹ ਮੂਵ ਕਰਦੀ ਆ, ਅਟੈਚ ਕਰ ਸਕਦੀ ਆ ਸਰਫੇਸਿਸ ਦੇ ਉੱਤੇ। ਮਤਲਬ ਕਿਉਂਕਿ ਇਹਨੂੰ ਐਡਹੈਸ਼ਨ ਦੇ ਲਈ ਇਹਨੂੰ ਵੀ ਸਕਸ਼ਨ ਦੀ ਲੋੜ ਆ। ਠੀਕ ਆ। ਉਹ ਸਕਸ਼ਨ ਇਹ ਟਿਊਬ ਫੀਟਸ ਪ੍ਰੋਵਾਈਡ ਕਰਦੇ ਆ। ਠੀਕ ਆ। ਔਰ ਇਹ ਐਂਬੂਲੈਕਰਲ ਸਿਸਟਮ ਜਿਹੜਾ ਹੈਗਾ, ਦਿਸ ਇਜ਼ ਦਾ ਸਿਸਟਮ ਓਨਲੀ ਵੀ ਕੈਨ ਸੇ ਪ੍ਰੈਜ਼ੈਂਟ ਇਨ ਦਿਸ ਫਾਈਲਮ। ਠੀਕ ਆ। ਮਤਲਬ ਇਹ ਜਿਹੜਾ ਸਿਸਟਮ ਆ ਹੋਰ ਕਿਸੇ ਫਾਈਲਮ 'ਚ ਨਹੀਂ ਹੁੰਦਾ ਆ। ਆਪਾਂ ਇਹ ਕਹਿ ਸਕਦੇ ਹੈਗੇ ਆ, ਥੋੜ੍ਹੀ ਜਿਹੀ ਉਹ ਵਰਡਸ ਅੱਗੇ ਪਿੱਛੇ ਹੋ ਗਏ ਵੀ ਓਨਲੀ ਇਨ ਦਿਸ ਫਾਈਲਮ ਦਾ ਐਂਬੂਲੈਕਰਲ ਸਿਸਟਮ ਇਜ਼ ਪ੍ਰੈਜ਼ੈਂਟ। ਫਾਈਨ।
ਸੋ ਹੋਰ ਇਸ ਤੋਂ ਇਲਾਵਾ ਕਿਹੜੇ ਆਰਗੇਨਿਜ਼ਮਸ ਨੇ ਇਹਦੇ ਵਿੱਚ? ਸੀ ਅਰਚਿਨ, ਸੀ ਲਿਲੀ ਐਕਸੈਕਟਰਾ। ਇਹ ਸਾਡੇ ਕੋਲੇ ਬੇਸਿਕਲੀ ਕਾਈਨੋਡਰਮੇਟਸ ਦੇ ਵਿੱਚ ਆਉਂਦੇ ਆ। ਐਂਡ ਕਾਈਨੋਡਰਮੇਟਸ ਜਿਹੜੇ ਹੈਗੇ ਆ ਇਹਨਾਂ 'ਚ ਸਰਕੂਲੇਟਰੀ ਸਿਸਟਮ ਹੈਗੇ, ਇਹ ਓਪਨ ਟਾਈਪ ਦਾ ਆ, ਠੀਕ ਆ। ਦੈਨ ਹੋਰ ਇਹਦੇ ਕੀ ਫੀਚਰਸ ਹੈਗੇ ਨੇ? ਆਲਮੋਸਟ ਮੈਂ ਦੱਸ ਹੀ ਚੁੱਕੀ ਹਾਂ। ਇੱਕ ਇਹਨੇ ਆਟੋਟੋਮੀ ਦੱਸਿਆ ਆ, ਆਟੋਟੋਮੀ ਐਂਡ ਰੀਜਨਰੇਸ਼ਨ। ਆਈ ਹੈਵ ਟੋਲਡ ਯੂ ਕਿ ਜੇ ਕੋਈ ਪਾਰਟ ਕੱਟਿਆ ਜਾਂਦਾ ਹੈਗਾ ਆ, ਮੈਂ ਲਿਖ ਦਿੰਦੀ ਹਾਂ ਇੱਥੇ ਆਟੋਟੋਮੀ। ਠੀਕ ਆ। ਦੈਨ ਐਂਬੂਲੇਕਰਲ ਸਿਸਟਮ ਹੋ ਚੁੱਕਾ ਆ। ਟਰੂ ਸਿਲੋਮੇਟਸ ਆ। ਟਰੂ ਸਿਲੋਮੇਟਸ ਮੈਂ ਆਲਰੇਡੀ ਦੱਸਿਆ ਸੀਗਾ ਕੀ ਹੁੰਦੇ ਹੈਗੇ ਆ। ਟਰੂ ਸਿਲੋਮੇਟਸ ਆਰ ਦੋਜ਼ ਵਿਚ ਹੈਵ ਲਾਈਨਿੰਗ ਅਰਾਊਂਡ ਦਾ ਇੰਟਰਨਲ ਕੈਵਿਟੀਜ਼। ਠੀਕ ਆ। ਸਪੋਜ਼ ਆ ਉਹਦੀ ਇੰਟਰਨਲ ਕੈਵਿਟੀ ਆ, ਇਹਦੇ ਅੰਦਰ ਕਵਰਿੰਗ ਹੈਗੀ ਆ, मतलब पूरी लेयर्ड आ। ये तो थोड़ा डिस्टेंस ज़्यादा हो गया बट अदरवाइज बिल्कुल नाल नाल। ठीक है। ट्रू सीलोमेट्स हाँ। सो दिस वाज ऑल अबाउट दीज टू फाइलम्स एंड नाउ वी विल कंटिन्यू विद द फाइलम हेमीकॉर्डेट्स। ठीक है। हेमीकॉर्डेट्स के बारे में तुहानू नहीं दसिया सीगा पहला। आई हैड टोल्ड यू ओनली 2 टाइप ऑफ एनिमल्स है ना, invertebrates ਤੇ vertebrates, but we have one intermediate invertebrates then hemichordates। chordate ਦੇ spelling somewhere h ਹੁੰਦਾ ਆ, somewhere ਨਹੀਂ। ਠੀਕ ਆ, ਵੇਰੀ ਕਰ ਸਕਦੇ ਆ। hemichordates then ਫਿਰ ਤੀਸਰਾ chordates ਆਉਣਾ। chordates ਦੇ ਵਿੱਚ ਆ ਜਾਂਦੇ ਸਾਡੇ ਕੋਲੇ ਰੀੜ ਦੀ ਹੱਡੀ ਵਾਲੇ vertebral column वर्टिब्रेट्स। ठीक है। हुण हेमीकॉर्डेट का मतलब की होगा? हेमीकॉर्डेट का की मतलब होगा दस सकते हो? हाफ कॉर्डेट्स। हाफ कॉर्डेट्स मतलब हाफ कॉर्डेट्स मीन्स कि हाफ ऑफ द बॉडी विल कंप्राइज द वर्टिब्रल कॉलम, है ना। है ना। हुण इहदियां एग्जाम्पल्स साडे कोले जिहड़े हेमीकॉर्डेट्स हैगे ने इहदे विच बेलैनोग्लॉसिस आ। ठीक है। हेडमैनिया आ, हेडमैनिया, बेलैनोग्लॉसिस। ठीक है। ये ऑर्गेनिजम्स ने इहदियां एग्जाम्पल्स। हेडमैनिया बेसिकली ना 2 एदियां स्टेजेस होंदियां, एक लार्वल ते एक एडल्ट। ठीक है। जिहड़ी इहदी लार्वल स्टेज है ना वो होंदी है फ्री लिविंग। ठीक है। जिहड़ी इहदी लार्वल स्टेज आ दैट इज फ्री लिविंग, बट जिहड़ी एडल्ट स्टेज आ दैट इज फिक्स्ड वन। ठीक है। जिहड़ा एडल्ट हुंदा ना हेडमैनिया दा वो बेसिकली एक बैग लाइक स्ट्रक्चर हुंदा है, एक पाउच लाइक स्ट्रक्चर। इस तरह उहदियां 2 ओपनिंग्स आ। ठीक है। इदा एक बैग लाइक स्ट्रक्चर है जस्ट। ठीक। बाहरों देखण दे और एक थिक बैग जिदा एक थिक चमड़ा हुंदा ना उस तरीके दे इहदे स्ट्रक्चर्स हुंदे आ। एंड उहदे उत्ते स्पिक्यूल्स, ओनू प्रोटेक्शन दे लई स्पिक्यूल्स हुंदे आ। ठीक है। चुभदे आ थोड़े हैंड्स ते ओह। और इत्थे इहने 4 इदा ओपनिंग्स बनाईयां होईयां ने। इफ यू कैन सी इन योर बुक्स दे हैव दीज काइंड ऑफ स्लैट्स हियर, है ना। एक पासे इहदा माउथ आ, एक पासे इहदी एनस आ। ठीक है। इन्होंने लिखा हैगा ब्रैंकियल एपर्चर एंड एट्रियल एपर्चर। गॉट इट? ब्रैंकियल एपर्चर, एपर्चर हुंदा होल, एंड एट्रियल एपर्चर। ठीक है। गॉट इट? अगर असीं इहदा अंदरों स्ट्रक्चर देखिए ना इहदे विच इदां बास्केट लाइक स्ट्रक्चर इस तरीके दे है ना बने हुए हुंदे आ एंड बड़े ब्यूटीफुल स्ट्रक्चर हुंदा आ।
you people will see it if you will do the general BSc, ठीक है। ਆਪਾਂ ਇੱਥੇ ਨਹੀਂ ਜਾਣਾ ਫਿਲਹਾਲ, ਸਿਰਫ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜਾ ਇਹਦਾ ਅਡਲਟ ਸਟੇਜ ਆ that is fixed one, ਤੇ ਲਾਰਵਾ ਵਾਸ ਫ੍ਰੀ ਲਿਵਿੰਗ, ਸੋ ਇਹ ਰਿਟਰੋਗ੍ਰੈਸਿਵ ਮੈਟਾਮੋਰਫੋਸਿਸ ਸ਼ੋ ਕਰਦਾ। ਇੱਕ ਹੁੰਦੀ ਮੈਟਾਮੋਰਫੋਸਿਸ ਜਿਹੜੀ ਉਹਨੂੰ ਪ੍ਰਮੋਟ ਕਰਦੀ ਉਹਦੇ ਬੋਡੀ ਪਾਰਟਸ ਨੂੰ ਐਂਡ ਉਹਨੂੰ ਐਡਵਾਂਸਡ ਸਟੇਜਸ ਤੇ ਲੈ ਕੇ ਜਾਂਦੀ, ਬਟ ਇਹ ਤਾਂ ਪਹਿਲਾਂ ਫ੍ਰੀ ਸੀਗਾ ਫਿਰ ਉਹ ਫਿਕਸ ਹੋ ਗਿਆ। ਦੈਟ ਮੀਨਸ ਕਿ ਇਹਨੇ ਕੀ ਸ਼ੋ ਕੀਤਾ, ਰਿਟਰੋਗ੍ਰੈਸਿਵ metamorphosis, fine. So these animals are showing the characteristics for half chordates. Why? addi body ch ਇਹਨਾਂ ਦੀ chordata kind of features है, like half of the body comprises the vertebral column, that might have vertebral column in half of the body hemichordates ਦੇ ਵਿੱਚ, ਤੇ hemichordates ਨੂੰ urochordates and cephalochordates ਇਹਦੇ ਵਿੱਚ ਅਸੀਂ ਵੰਡਦੇ ਹਾਂ। ਯੂਰੋ ਦਾ ਮੀਨ ਹੁੰਦਾ ਟੇਲ ਐਂਡ ਸਿਫੈਲੋ ਦਾ ਮਤਲਬ ਹੁੰਦਾ ਹੈਡ। ਹੁਣ ਤੁਸੀਂ ਇਹ ਤੋਂ ਅੰਡਰਸਟੈਂਡ ਕਰ ਸਕਦੇ ਹੋ ਕਿਹੜੇ ਪੋਰਸ਼ਨ ਦੇ ਵਿੱਚ ਉਹਦਾ ਵਰਟੀਬਰਲ ਕਾਲਮ ਜਾਂ ਨੋਟੋਕॉर्ड, ਨਾਟ ਐਗਜ਼ੈਕਟਲੀ ਵਰਟੀਬਰਲ ਕਾਲਮ, ਨੋਟੋਕॉर्ड ਪ੍ਰੈਜ਼ੈਂਟ ਹੋਊਗੀ, ਠੀਕ ਆ। ਸੋ ਯੂਰੋਕॉर्डेट्स are the organisms which have the notochord in the tail region. Cephalochordate are the organism which have notochord in the head region, fine. So this was all about the hemichordates, ठीक है। ते on Monday we will continue with the vertebrata, ठीक है, chordates or vertebrates, fine।